ਹੈਲੋ ਸਟੂਡੈਂਟਸ, ਅੱਜ ਆਪਾਂ 9th ਕਲਾਸ ਪੰਜਾਬੀ ਦੀ ਤੀਸਰੀ ਕਵਿਤਾ ਸਾਹਿਤਕ ਕਿਰਨਾਂ ਦੇ ਵਿੱਚੋਂ ਭਾਈ ਵੀਰ ਸਿੰਘ ਜੀ ਦੀ ਕਵਿਤਾ ਸਮਾਂ ਲਵਾਂਗੇ। ਇਸ ਤੋਂ ਪਹਿਲਾਂ ਆਪਾਂ ਦੋ ਕਵਿਤਾਵਾਂ ਕਰ ਚੁੱਕੇ ਹਾਂ, ਜਿਸ ਦੇ ਵਿੱਚ ਪਹਿਲੀ ਕਵਿਤਾ ਬਾਬਾ ਫਰੀਦ ਜੀ ਦੇ ਸ਼ਲੋਕ ਸੀ ਅਤੇ ਦੂਸਰੀ ਕਵਿਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਿੰਮਲ ਰੁੱਖ ਸਰਾਇਰਾ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਵਿਤਾ ਦੇ ਵਿੱਚੋਂ ਸਿਰਫ ਆਪਾਂ ਨੂੰ ਸਿੰਮਲ ਰੁੱਖ ਸਰਾਇਰਾ ਹੀ ਆਏਗਾ। ਅੱਜ ਆਪਾਂ ਤੀਸਰੀ ਕਵਿਤਾ ਕਰ ਰਹੇ ਹਾਂ ਭਾਈ ਵੀਰ ਸਿੰਘ ਜੀ ਦੀ ਸਮਾਂ ਕਵਿਤਾ। ਭਾਈ ਵੀਰ ਸਿੰਘ ਜੀ ਦੀ ਤਾਂ ਸਭ ਤੋਂ ਪਹਿਲਾਂ ਸਾਨੂੰ ਭਾਈ ਵੀਰ ਸਿੰਘ ਜੀ ਬਾਰੇ ਥੋੜ੍ਹਾ ਜਿਹਾ ਆਪਾਂ ਜਾਣੂ ਹੋ ਜਾਈਏ, ਉਹਨਾਂ ਦੀ ਸ਼ਖਸੀਅਤ ਤੇ ਰਚਨਾ ਬਾਰੇ। ਭਾਈ ਵੀਰ ਸਿੰਘ ਜੀ ਕੌਣ ਸਨ? ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਕਵੀ ਸਨ। ਆਧੁਨਿਕ ਮਤਲਬ ਜੋ ਅੱਜ ਕੱਲ੍ਹ ਦੀਆਂ ਕਵਿਤਾਵਾਂ ਹੈ, ਉਹਨਾਂ ਦੇ ਸਭ ਤੋਂ ਪਹਿਲੇ ਨੰਬਰ ਦੇ ਮੋਢੀ ਭਾਈ ਵੀਰ ਸਿੰਘ ਜੀ ਸਨ। ਇਹਨਾਂ ਦਾ ਜਨਮ 5 ਦਸੰਬਰ 1872 ਈਸਵੀ ਨੂੰ ਅੰਮ੍ਰਿਤਸਰ ਵਿਖੇ ਹੋਇਆ। ਭਾਈ ਵੀਰ ਸਿੰਘ ਜੀ ਦੀਆਂ ਕਵਿਤਾਵਾਂ ਜ਼ਮੀਨ ਤੋਂ ਉੱਠ ਕੇ ਅਸਮਾਨ ਤੱਕ ਪਹੁੰਚਣ ਵਾਲੇ ਵਿਚਾਰ ਪੇਸ਼ ਕਰਦੀਆਂ ਹਨ ਅਤੇ ਇਹਨਾਂ ਦੀਆਂ ਕਵਿਤਾਵਾਂ ਗੁਰਬਾਣੀ ਤੋਂ ਪ੍ਰਭਾਵਿਤ ਹੋਣ ਕਰਕੇ ਸਿੱਖਿਆ ਵਿਚਾਰਧਾਰਾ ਨੂੰ ਪ੍ਰਗਟਾਉਂਦੀਆਂ ਹਨ। ਇਹਨਾਂ ਦੀਆਂ ਕਵਿਤਾਵਾਂ ਵਿੱਚ ਭਾਰਤੀ ਏਕਤਾ ਦੀ ਵੀ ਝਲਕ ਦਿਖਾਈ ਦਿੰਦੀ ਹੈ। ਤਾਂ ਇਸ ਤੋਂ ਇੰਨਾ ਕੁ ਆਪਾਂ ਪੜ੍ਹ ਕੇ ਬਸ ਸਿਰਫ ਇੰਨਾ ਹੀ ਭਾਈ ਵੀਰ ਸਿੰਘ ਜੀ ਬਾਰੇ ਜਾਣਨਾ ਹੈ ਕਿ ਭਾਈ ਵੀਰ ਸਿੰਘ ਜੀ ਜਿਹੜੇ ਸੀਗੇ ਆਧੁਨਿਕ ਕਾਵਿ ਦੇ ਮੋਢੀ ਕਵੀ ਹਨ। ਜਿਸ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤਿ ਕਾਵਿ ਦੇ ਸਨ ਅਤੇ ਬਾਬਾ ਫਰੀਦ ਜੀ ਸੂਫੀ ਕਾਵਿ ਦੇ ਸਨ ਅਤੇ ਭਾਈ ਵੀਰ ਸਿੰਘ ਜੀ ਕਿਹੜੇ ਆਧੁਨਿਕ ਕਾਵਿ ਦੇ। ਇਹ ਤੁਹਾਨੂੰ ਕਾਵਿ ਬਾਰੇ ਜਾਣੂ ਹੋਣਾ ਚਾਹੀਦਾ ਹੈ ਵੀ ਕਿਹੜੇ ਕਵੀ ਕਿਹੜੇ ਕਾਵਿ ਦੇ ਮੋਢੀ ਸਨ। ਤਾਂ ਉਹਨਾਂ ਦੀ ਹੁਣ ਅੱਜ ਆਪਾਂ ਸਮਾਂ ਕਵਿਤਾ ਬਾਰੇ ਪੜ੍ਹਾਂਗੇ। ਸਮਾਂ ਕਵਿਤਾ ਪਹਿਲਾਂ ਧਿਆਨ ਨਾਲ ਇਹਨਾਂ ਨੂੰ ਦੇਖਣਾ। ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ, ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਭੰਨੀ, ਤਰੀਖੇ ਆਪਣੇ ਵੇਗ ਗਿਆ ਟੱਪ ਬੰਨੇ। ਸਾਨੂੰ ਇਹਨਾਂ ਵਿੱਚੋਂ ਇੱਕ ਸ਼ਬਦ ਦਾ ਅਰਥ ਪਤਾ ਹੋਣਾ ਚਾਹੀਦਾ, ਫਿਰ ਹੀ ਅਸੀਂ ਉਸ ਕਵਿਤਾ ਨੂੰ ਸਮਝ ਸਕਦੇ ਹਾਂ ਅਤੇ ਉਸ ਬਾਰੇ ਜਾਣੂ ਹੋ ਸਕਦੇ ਹਾਂ ਕਿ ਕਵੀ ਇਸ ਕਵਿਤਾ ਦੇ ਵਿੱਚ ਸਾਨੂੰ ਕਹਿਣਾ ਕੀ ਚਾਹੁੰਦਾ ਹੈ। ਰਹੀ ਵਾਸਤੇ ਘੱਤ, ਰਹੀ ਮੈਂ ਵਾਸਤੇ ਪਾਉਂਦੀ ਰਹੀ, ਮੈਂ ਮਤਲਬ ਸਮੇਂ ਨੇ ਇੱਕ ਨਾ ਮੰਨੀ। ਕਿਸ ਨੂੰ ਵਾਸਤੇ ਪਾਉਣਾ ਮਤਲਬ ਤਰਲੇ ਕਰਦੀ ਰਹੀ ਕਿ ਤੂੰ ਰੁਕ ਜਾ। ਰਹੀ ਵਾਸਤੇ ਘੱਤ, ਮੈਂ ਵਾਸਤੇ ਪਾਉਂਦੀ ਰਹੀ, ਮੈਂ ਉਸ ਦੇ ਤਰਲੇ ਕਰਦੀ ਰਹੀ। ਕਿਸ ਦੇ ਤਰਲੇ ਕਰਦੀ ਰਹੀ? ਸਮੇਂ ਦੇ। ਵੀ ਕਿਸ ਚੀਜ਼ ਵਾਸਤੇ ਤਰਲੇ ਕਰਦੀ ਰਹੀ ਕਿ ਤੂੰ ਰੁਕ ਜਾ, 1 ਮਿੰਟ ਰੁਕ ਜਾ, ਪਰ ਉਸ ਨੇ ਮੇਰੀ ਇੱਕ ਵੀ ਨਾ ਮੰਨੀ। ਫੜ ਰਹੀ ਤਰੀਕ ਮਤਲਬ ਮੈਂ ਉਸ ਨੂੰ ਫੜ ਕੇ ਖਿੱਚਦੀ ਵੀ ਰਹੀ। ਸਮੇਂ ਖਿਸਕਾਈ ਕਰਨੀ, ਪਰ ਫਿਰ ਵੀ ਸਮਾਂ ਆਪਣਾ ਪੱਲਾ ਛੜਾ ਕੇ ਮੇਰੇ ਤੋਂ ਖਿਸਕ ਗਿਆ। ਮੈਂ ਸਮੇਂ ਨੂੰ ਬਹੁਤ ਜ਼ਿਆਦਾ ਫੜਨ ਦੀ ਕੋਸ਼ਿਸ਼ ਕੀਤੀ, ਪਰੰਤੂ ਸਮਾਂ ਮੇਰੇ ਕੋਲੋਂ ਪੱਲਾ ਖਿਸਕਾ ਕੇ ਚਲਾ ਗਿਆ। ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਭੰਨੀ, ਕਹਿੰਦੇ ਮੈਂ ਸਮੇਂ ਨੂੰ ਰੋਕਣ ਵਾਸਤੇ ਉਹਦੇ ਰਸਤੇ ਦੇ ਵਿੱਚ ਬਹੁਤ ਜ਼ਿਆਦਾ ਅਟਕਾਂ ਵੀ ਪਾਈਆਂ, ਅਟਕਾਂ ਰੋੜੇ ਰੱਖੇ ਤਾਂ ਕਿ ਉਹ ਰੁਕ ਜਾਵੇ, ਕਿਸੇ ਨਾ ਕਿਸੇ ਤਰ੍ਹਾਂ ਸਮਾਂ ਚੱਲਣੋਂ ਨਾ ਅੱਗੇ ਨਾ ਵਧੇ, ਪਰੰਤੂ ਸਮਾਂ ਸਾਰੀਆਂ ਹੀ ਰੋਕਾਂ ਨੂੰ ਤੋੜ ਕੇ ਅੱਗੇ ਨਿਕਲ ਗਿਆ। ਤਰੀਖੇ ਆਪਣੇ ਵੇਗ ਗਿਆ ਟੱਪ ਬੰਨੇ। ਤਰੀਖੇ ਮਤਲਬ ਤੇਜ਼, ਆਪਣੇ ਤੇਜ਼ ਵਹਾਓ ਦੇ ਨਾਲ ਉਹ ਜਿੰਨੇ ਵੀ ਮੈਂ ਉਹਦੇ ਅੱਗੇ ਬੰਨ੍ਹ ਰੱਖੇ ਸੀਗੇ ਵੀ ਤਾਂ ਕਿ ਸਮਾਂ ਅੱਗੇ ਨਾ ਟੱਪੇ, ਉਹ ਸਾਰੇ ਬੰਨਾਂ ਨੂੰ ਟੱਪ ਕੇ ਅੱਗੇ ਆਪਣੇ ਤੇਜ਼ੀ ਦੇ ਵਿੱਚ ਨਿਕਲ ਗਿਆ। ਸਮਾਂ ਆਪਣੀ ਰਫ਼ਤਾਰ ਦੇ ਵਿੱਚ ਅੱਗੇ ਹੀ ਵਧਦਾ ਰਿਹਾ। ਇਸ ਵਿੱਚ ਭਾਈ ਵੀਰ ਸਿੰਘ ਜੀ ਆਪਾਂ ਨੂੰ ਕੀ ਕਹਿਣਾ ਚਾਹੁੰਦੇ ਹਨ ਕਿ ਸਮੇਂ ਦੀ ਆਪਾਂ ਕਦਰ ਕਰਨੀ ਹੈ। ਸਮੇਂ ਨੂੰ ਜੇ ਅਸੀਂ ਐਂ ਕਹਾਂਗੇ ਵੀ ਕੋਈ ਗੱਲ ਨਹੀਂ, ਅਸੀਂ ਇਹ ਕੰਮ ਥੋੜ੍ਹੀ ਦੇਰ ਠਹਿਰ ਕੇ ਕਰ ਲਾਂਗੇ, ਤਾਂ ਸਮੇਂ ਨੇ ਨਹੀਂ ਰੁਕਣਾ। ਸਮੇਂ ਨੇ ਆਪਣੀ ਰਫ਼ਤਾਰ ਫੜ ਕੇ ਚੱਲਦੇ ਹੀ ਰਹਿਣਾ ਹੈ। ਜੇ ਅਸੀਂ ਸਮੇਂ ਨੂੰ ਸਮੇਂ ਸਿਰ ਅਸੀਂ ਇਸ ਨੂੰ ਨਾ ਪਹਿਚਾਨਿਆ ਤਾਂ ਸਾਡੇ ਹੱਥ ਵਿੱਚ ਕੀ ਰਹਿ ਜਾਏਗਾ? ਸਿਰਫ ਪਛਤਾਵਾ। ਜੇ ਅਸੀਂ ਸਮੇਂ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗੇ ਤਾਂ ਸਮਾਂ ਸਾਡੇ ਰੋਕੇ ਨਹੀਂ ਰੁਕੇਗਾ। ਹੁਣ ਇਸ ਦੀ ਪਹਿਲਾਂ ਪ੍ਰਸੰਗ ਸਹਿਤ ਵਿਆਖਿਆ ਦਾ ਕੀ ਮਤਲਬ ਹੁੰਦਾ ਹੈ? ਪ੍ਰਸੰਗ ਦੇ ਵਿੱਚ ਆਪਾਂ ਇਹ ਦੱਸਣਾ ਹੁੰਦਾ ਹੈ ਵੀ ਇਹ ਕਿਸ ਕਵੀ ਦੀ ਲਿਖੀ ਹੋਈ ਹੈ ਅਤੇ ਇਸ ਵਿੱਚ ਕਵੀ ਕਹਿਣਾ ਕੀ ਚਾਹੁੰਦਾ ਹੈ। ਪ੍ਰਸੰਗ, ਇਹ ਕਾਵਿ ਟੋਟਾ ਭਾਈ ਵੀਰ ਸਿੰਘ ਜੀ ਦੀ ਕਵਿਤਾ ਸਮਾਂ ਵਿੱਚੋਂ ਲਿਆ ਗਿਆ ਹੈ। ਇਹ ਕਵਿਤਾ ਸਾਡੀ ਸਾਹਿਤਕ ਕਿਰਨਾਂ ਭਾਗ 1 ਪਾਠ ਪੁਸਤਕ ਵਿੱਚ ਦਰਜ ਹੈ। ਇਸ ਵਿੱਚ ਕਵੀ ਨੇ ਸਮੇਂ ਦੇ ਹਮੇਸ਼ਾ ਤੋਂ ਚੱਲਦੇ ਰਹਿਣ ਦੇ ਸੁਭਾਅ ਵੱਲ ਇਸ਼ਾਰਾ ਕੀਤਾ ਹੈ ਵੀ ਸਮਾਂ ਦਿਨ ਹੋਵੇ ਜਾਂ ਰਾਤ ਹੋਵੇ, ਇਹ ਰੁਕਣਾ ਨਹੀਂ ਜਾਣਦਾ, ਇਹ ਲਗਾਤਾਰ ਚੱਲਦਾ ਹੀ ਰਹਿੰਦਾ ਹੈ। ਸਮੇਂ ਨੂੰ ਬੰਨਿਆ ਨਹੀਂ ਜਾ ਸਕਦਾ ਅਤੇ ਇਹ ਆਪਣੀ ਤੇਜ਼ ਗਤੀ ਨਾਲ ਸਾਰੀਆਂ ਹੱਦਾਂ ਤੋੜਦਾ ਹੋਇਆ ਅੱਗੇ ਨਿਕਲ ਜਾਂਦਾ ਹੈ। ਜੇ ਹੁਣ ਤੁਹਾਡਾ ਕਿਸੇ ਕੰਮ ਕਰਨ ਨੂੰ ਦਿਲ ਨਹੀਂ ਕਰਦਾ, ਪਰ ਇਹਦਾ ਮਤਲਬ ਇਹ ਨਹੀਂ ਸਮੇਂ ਨੂੰ ਤੁਸੀਂ ਰੋਕ ਲਓਗੇ। ਸਮਾਂ ਆਪਣੀ ਰਫ਼ਤਾਰ ਦੇ ਵਿੱਚ ਅੱਗੇ ਹੀ ਚੱਲਦਾ ਰਹੇਗਾ। ਤਾਂ ਜੇ ਤੁਸੀਂ ਸਮੇਂ ਦੇ ਨਾਲ ਚੱਲੋਗੇ ਤਾਂ ਸਮਾਂ ਤੁਹਾਡੀ ਕਦਰ ਕਰੇਗਾ। ਜੇ ਤੁਸੀਂ ਆਪਣੇ ਸਮੇਂ ਦੀ ਕਦਰ ਨਾ ਕਰਦੇ ਹੋਏ ਤੁਸੀਂ ਰੁਕ ਜਾਓਗੇ ਤਾਂ ਸਮਾਂ ਤੁਹਾਡੇ ਤੋਂ ਕਿਤੇ ਹੀ ਅੱਗੇ ਨਿਕਲ ਜਾਏਗਾ। ਫਿਰ ਆਪਣੇ ਹੱਥ 'ਚ ਕੀ ਰਹਿ ਜਾਏਗਾ? ਸਿਰਫ
ਪਛਤਾਵਾ। ਹਾਂਜੀ, ਹੁਣ ਇਸ ਦੀ ਵਿਆਖਿਆ। ਕਵੀ ਇਸਤਰੀ ਰੂਪ ਵਿੱਚ, ਕਵੀ ਕਹਿੰਦੇ ਇਸਤਰੀ ਆਪਣੇ ਆਪ ਨੂੰ ਇਸਤਰੀ ਰੂਪ ਵਿੱਚ ਵਿਚਾਰ ਬਿਆਨ ਕਰਦੇ ਹੋਏ ਆਖਦਾ ਹੈ ਕਿ ਮੈਂ ਸਮੇਂ ਨੂੰ ਰੋਕਣ ਲਈ ਉਸ ਦੀਆਂ ਬਹੁਤ ਜ਼ਿਆਦਾ ਮਿੰਨਤਾਂ ਕੀਤੀਆਂ, ਪਰ ਉਸਨੇ ਮੇਰੀ ਇੱਕ ਵੀ ਗੱਲ ਨਹੀਂ ਮੰਨੀ। ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਮਨੀ, ਮੈਂ ਉਸ ਦੀਆਂ ਬਹੁਤ ਮਿੰਨਤਾਂ ਕੀਤੀਆਂ ਵੀ ਤੂੰ ਰੁਕ ਜਾ, ਪਰੰਤੂ ਸਮੇਂ ਨੇ ਮੇਰੀ ਇੱਕ ਵੀ ਨਾ ਮੰਨੀ। ਮੈਂ ਉਸ ਨੂੰ ਫੜ ਫੜ ਕੇ ਆਪਣੇ ਵੱਲ ਖਿੱਚਣ ਦਾ ਬਹੁਤ ਯਤਨ ਕੀਤਾ, ਪਰ ਉਹ ਆਪਣੀ ਤੇਜ਼ ਗਤੀ ਨਾਲ ਅੱਗੇ ਹੀ ਚਲਾ ਗਿਆ। ਸਮੇਂ ਨੂੰ ਰੋਕਣ ਦੇ ਲਈ ਮੈਂ ਉਸਦੇ ਰਸਤੇ ਵਿੱਚ ਹੋਰ ਵੀ ਬਹੁਤ ਸਾਰੀਆਂ ਰੁਕਾਵਟਾਂ ਖੜੀਆਂ ਕੀਤੀਆਂ, ਪਰ ਉਹਨਾਂ ਨੇ ਉਸ ਨੂੰ ਸਾਰੀਆਂ ਰੁਕਾਵਟਾਂ ਨੂੰ ਤੋੜ ਕੇ ਉਹ ਆਪਣੀ ਹੀ ਤੇਜ਼ ਰਫ਼ਤਾਰ ਦੇ ਵਿੱਚ ਅੱਗੇ ਅਗਾਂਹ ਵੱਲ ਵੱਧਦਾ ਗਿਆ। ਹਾਂਜੀ, ਹੁਣ ਇਹ ਪੈਰਾ ਦੀ ਆਪਾਂ ਦੁਬਾਰਾ ਇਹਨੂੰ ਕਰਾਂਗੇ। ਜੇ ਦੇਖੋ ਹੁਣ ਇੱਥੋਂ ਹੀ ਦੇਖੋ, ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੇ। ਮੈਂ ਸਮੇਂ ਦੀਆਂ ਬਹੁਤ ਜ਼ਿਆਦਾ ਮਿੰਨਤਾਂ ਕਰਦੀ ਰਹੀ ਕਿ ਉਹ 1 ਮਿੰਟ ਰੁਕ ਜਾਵੇ, ਖੜ੍ਹ ਜਾਵੇ, ਪਰ ਸਮੇਂ ਨੇ ਇੱਕ ਵੀ ਨਾ ਮੰਨੀ। ਫੜ ਫੜ ਰਹੀ ਧਰੀਕ, ਧਰੀਕ ਮਤਲਬ ਉਹਦਾ ਪੱਲਾ ਫੜ ਫੜ ਕੇ ਵੀ ਮੈਂ ਉਸ ਨੂੰ ਖਿੱਚਦੀ ਰਹੀ। ਸਮੇਂ ਖਿਸਕਾਈ ਕਰਨੀ, ਪਰ ਸਮਾਂ ਆਪਣਾ ਪੱਲਾ ਖਿਸਕਾ ਕੇ ਚਲਾ ਗਿਆ। ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਭੰਨੀ, ਮੈਂ ਸਮੇਂ ਨੂੰ ਕਿਸੇ ਵੀ ਤਰ੍ਹਾਂ ਰੋਕ ਨਾ ਸਕੀ। ਮੈਂ ਉਹਦੇ ਅੱਗੇ ਜੋ ਜੋ ਵੀ ਅਟਕਾਂ ਪਾਈਆਂ, ਉਹ ਜੋ ਜੋ ਵੀ ਰੁਕਾਵਟਾਂ ਪਾਈਆਂ, ਉਹ ਸਾਰੀਆਂ ਹੀ ਰੁਕਾਵਟਾਂ ਨੂੰ ਤੋੜਦਾ ਹੋਇਆ ਅੱਗੇ ਨਿਕਲ ਗਿਆ। ਤਰੀਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੇ, ਉਹ ਜਿਹੜਾ ਸਮਾਂ ਸੀ ਆਪਣੀ ਤੇਜ਼ ਰਫ਼ਤਾਰ ਦੇ ਨਾਲ ਜਿਹੜੇ ਅੱਗੇ ਬੰਨ੍ਹ ਉਹਦੇ ਲਗਾਏ ਹੋਏ ਸੀ ਮੈਂ, ਉਹ ਸਾਰੇ ਬੰਨਾਂ ਨੂੰ ਤੋੜਦਾ ਹੋਇਆ ਅੱਗੇ ਹੀ ਅੱਗੇ ਨਿਕਲ ਗਿਆ। ਹਾਂਜੀ, ਹੁਣ ਆਪਾਂ ਅਗਲਾ ਕਰਾਂਗੇ ਇਹਦਾ ਪਿਆਰਾ। ਹੋ ਅਜੇ ਸੰਭਾਲ ਇਸ ਸਮੇਂ ਨੂੰ, ਕਰ ਸਫਲ ਉੜੰਦਾ ਜਾਂਵਦਾ, ਇਹ ਠਹਿਰਨ ਜਾਂਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਹਾਂਜੀ, ਹੁਣ ਇਹਦੇ ਵਿੱਚ ਕੀ ਕਹਿੰਦੇ ਆ ਭਾਈ ਵੀਰ ਸਿੰਘ ਜੀ, ਇਨਸਾਨ ਨੂੰ ਕਹਿੰਦੇ ਆ, ਹੋ ਹੇ ਇਨਸਾਨ ਅਜੇ ਸੰਭਾਲ ਇਸ ਸਮੇਂ ਨੂੰ, ਤੂੰ ਅੱਜ ਵੀ ਇਸ ਸਮੇਂ ਦੀ ਕਦਰ ਕਰ ਸਕਦਾ ਹਾਂ, ਕਿਉਂਕਿ ਸਮਾਂ ਜਿਹੜਾ ਹੈ ਆਪਣੀ ਚਾਲ ਦੇ ਵਿੱਚ, ਆਪਣੀ ਰੋਹ ਦੇ ਵਿੱਚ ਸਫਲ ਹੋ ਕੇ ਉੜਦਾ ਹੀ ਜਾਂਦਾ ਹੈ, ਅੱਗੇ ਹੀ ਅਗਾਂਹ ਵੱਧਦਾ ਜਾਂਦਾ ਹੈ। ਇਹ ਠਹਿਰਨ ਜਾਂਚ ਨਾ ਜਾਣਦਾ, ਕਿਉਂਕਿ ਸਮੇਂ ਨੂੰ ਰੁਕਣ ਦੀ ਜਾਂਚ ਨਹੀਂ ਆਉਂਦੀ, ਸਮੇਂ ਨੂੰ ਰੁਕਣ ਦਾ ਢੰਗ ਨਹੀਂ ਆਉਂਦਾ ਵੀ ਕਿਵੇਂ ਰੁਕਣਾ ਹੁੰਦਾ ਹੈ। ਲੰਘ ਗਿਆ ਨਾ ਮੁੜ ਕੇ ਆਉਂਦਾ, ਜੇ ਇਹ ਇੱਕ ਵਾਰੀ ਆਪਣੇ ਹੱਥੋਂ ਚਲਾ ਗਿਆ ਤਾਂ ਮੁੜ ਕੇ ਉਹ ਸਮਾਂ ਆਪਣੇ ਹੱਥ ਵਿੱਚ ਨਹੀਂ ਆਵੇਗਾ। ਹਾਂਜੀ, ਇਸ ਵਿੱਚ ਭਾਈ ਵੀਰ ਸਿੰਘ ਜੀ ਕੀ ਕਹਿੰਦੇ ਆ, ਕਵੀ ਆਖਦਾ ਹੈ ਕਿ ਮਨੁੱਖ ਨੂੰ ਹਮੇਸ਼ਾ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਸਮੇਂ ਦਾ ਸਹੀ ਇਸਤੇਮਾਲ ਬਹੁਤ ਜ਼ਰੂਰੀ ਹੈ, ਕਿਉਂਕਿ ਸਮਾਂ ਬਹੁਤ ਹੀ ਤੇਜ਼ੀ ਨਾਲ ਅੱਗੇ ਵੱਧਦਾ ਜਾਂਦਾ ਹੈ, ਇਸ ਨੂੰ ਰੁਕਣਾ ਨਹੀਂ ਆਉਂਦਾ। ਜੋ ਸਮਾਂ ਇੱਕ ਵਾਰੀ ਬੀਤ ਗਿਆ ਅਤੇ ਉਹ ਮੁੜ ਕੇ ਹੱਥ ਨਹੀਂ ਆਉਂਦਾ, ਇਸ ਦੀ ਲਗਾਤਾਰ ਚੱਲਦੇ ਰਹਿਣ ਦੀ ਗਤੀ ਤੋਂ ਸਾਵਧਾਨ ਹੋ ਕੇ ਇਸ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ। ਹਾਂਜੀ, ਹੁਣ ਇਸ ਪੈਰੇ ਦਾ ਆਪਾਂ ਦੁਬਾਰਾ ਇਹਦਾ ਕਰਾਂਗੇ। ਹੋ ਅਜੇ ਇਸ ਸੰਭਾਲ ਇਸ ਸਮੇਂ ਨੂੰ, ਹੇ ਇਨਸਾਨ ਤੂੰ ਹਲੇ ਵੀ ਇਸ ਸਮੇਂ ਨੂੰ ਸੰਭਾਲ ਲੈ, ਜੋ ਸਮਾਂ ਲੰਘ ਗਿਆ ਤੂੰ ਉਸ ਨੂੰ ਮੁੜ ਕੇ ਯਾਦ ਨਾ ਕਰ, ਜੋ ਸਮਾਂ ਤੇਰੇ ਹੱਥ ਵਿੱਚ ਹੈ ਤੂੰ ਉਸ ਨੂੰ ਅਜੇ ਵੀ ਉਸ ਦੀ ਸੰਭਾਲ ਕਰ। ਕਰ ਸਫਲ ਉੜੰਦਾ ਜਾਂਦਾ, ਕਿਉਂਕਿ ਸਮਾਂ ਜਿਹੜਾ ਹੈ ਉਹ ਲਗਾਤਾਰ ਚੱਲਦਾ ਹੀ ਰਹਿ ਰਿਹਾ ਹੈ। ਜੇ ਤੂੰ ਹੁਣ ਵੀ ਸਮੇਂ ਦੀ ਕਦਰ ਨਾ ਕੀਤੀ ਤਾਂ ਇਹ ਵਾਲਾ ਸਮਾਂ ਵੀ ਤੇਰੇ ਹੱਥੋਂ ਨਿਕਲ ਜਾਵੇਗਾ। ਇਹ ਠਹਿਰਨ ਜਾਂਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ, ਕਿਉਂਕਿ ਸਮਾਂ ਜਿਹੜਾ ਠਹਿਰਨ ਦੀ ਜਾਂਚ ਨਹੀਂ ਜਾਣਦਾ, ਇਸ ਨੂੰ ਰੁਕਣਾ ਨਹੀਂ ਆਉਂਦਾ, ਕਿਵੇਂ ਰੁਕਣਾ ਹੈ। ਜੇ ਹੁਣ ਤੂੰ ਵੀ ਇਨਸਾਨ ਕਹੇ ਮੇਰੇ ਕੋਲ ਹਾਲੇ ਟਾਈਮ, ਮੈਂ ਹਾਲੇ ਹੋਰ ਕੋਈ ਕੰਮ ਕਰਨਾ ਹੈ, ਮੈਂ ਸਮੇਂ ਦੇ ਨਾਲ ਨਹੀਂ ਚੱਲ ਸਕਦਾ, ਤਾਂ ਸਮਾਂ ਰੁਕਣਾ ਨਹੀਂ ਜਾਣਦਾ। ਜੇ ਇੱਕ ਵਾਰੀ ਤੇਰੇ ਹੱਥੋਂ ਨਿਕਲ ਗਿਆ ਤਾਂ ਮੁੜ ਕੇ ਤੇਰੇ ਹੱਥ 'ਚ ਸਿਰਫ ਕੀ ਰਹਿ ਜਾਏਗਾ, ਪਛਤਾਵਾ ਹੀ ਰਹਿ ਜਾਵੇਗਾ। ਇਸ ਤਰ੍ਹਾਂ ਇਹਦੇ ਵਿੱਚ ਆਪਾਂ ਭਾਈ ਵੀਰ ਸਿੰਘ ਜੀ ਦੀ ਕਵਿਤਾ ਜਿਹੜੀ ਸਮਾਂ ਬਾਰੇ ਆਪਾਂ ਗਿਆਨ ਕੀਤਾ ਕਿ ਕਿਸ ਤਰ੍ਹਾਂ ਭਾਈ ਵੀਰ ਸਿੰਘ ਜੀ ਨੇ ਇੱਕ ਇਸਤਰੀ ਰੂਪ ਵਿੱਚ ਆਪਣੇ ਆਪ ਨੂੰ ਸਮੇਂ ਨੂੰ ਪਹਿਲਾਂ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਸਮਾਂ ਨਹੀਂ ਰੁਕਿਆ ਤਾਂ ਉਸ ਤੋਂ ਬਾਅਦ ਭਾਈ ਵੀਰ ਸਿੰਘ ਜੀ ਨੇ ਇਨਸਾਨ ਨੂੰ ਸੰਭਲਣ ਲਈ ਕਿਹਾ ਕਿ ਸਮਾਂ ਜਿਹੜਾ ਠਹਿਰਨ ਦੀ ਜਾਂਚ ਨਾ ਜਾਣਦਾ ਹੋਇਆ ਸਾਨੂੰ ਇਸ ਦੇ ਨਾਲ ਹੀ ਚੱਲਣਾ ਚਾਹੀਦਾ, ਜੇ ਅਸੀਂ ਜ਼ਿੰਦਗੀ ਦੇ ਵਿੱਚ ਸਫਲਤਾ ਹਾਸਲ ਕਰਨਾ ਚਾਹੁੰਦੇ ਹਾਂ। ਹਾਂਜੀ, ਹੁਣ ਇਸ ਤੋਂ ਬਾਅਦ ਆਪਾਂ ਇਹਦੇ ਕੇਂਦਰੀ ਭਾਵ ਕਰਾਂਗੇ। ਸਮਾਂ ਕਵਿਤਾ ਦਾ ਕੇਂਦਰੀ ਭਾਵ, ਸਮਾਂ ਆਪਣੀ ਰਫ਼ਤਾਰ ਨਾਲ ਹਮੇਸ਼ਾ ਚੱਲਦਾ ਰਹਿੰਦਾ ਹੈ, ਬੀਤਿਆ ਹੋਇਆ ਸਮਾਂ ਕਦੇ ਵੀ ਵਾਪਸ ਨਹੀਂ ਆਉਂਦਾ, ਇਸ ਨੂੰ ਲੱਖਾਂ ਯਤਨ ਕਰਕੇ ਵੀ ਰੋਕਿਆ ਨਹੀਂ ਜਾ ਸਕਦਾ। ਸਮੇਂ ਦਾ ਸਹੀ ਇਸਤੇਮਾਲ ਕਰਕੇ ਸਮੇਂ ਨੂੰ ਸਾਂਭਿਆ ਜਾ ਸਕਦਾ ਹੈ। ਕਹਿੰਦੇ ਜੇ ਅਸੀਂ ਜ਼ਿੰਦਗੀ 'ਚ ਸਫਲ ਹੋਣਾ ਚਾਹੁੰਦੇ ਹਾਂ ਤਾਂ ਸਾਨੂੰ ਸਮੇਂ ਦੀ ਸੰਭਾਲ ਕਰਕੇ ਇਸ ਦੇ ਨਾਲ ਨਾਲ ਹੀ ਸਾਨੂੰ ਚੱਲਣਾ ਚਾਹੇਗਾ, ਕਿਉਂਕਿ ਸਮੇਂ ਨੂੰ ਰੁਕਣ ਦੀ ਜਾਂਚ ਨਹੀਂ ਆਉਂਦੀ। ਜ਼ਿੰਦਗੀ ਦੇ ਵਿੱਚ ਸਫਲ ਹੋਣ ਦੇ ਲਈ ਸਾਨੂੰ ਸਮੇਂ ਦੀ ਸੰਭਾਲ ਕਰਨੀ ਪਵੇਗੀ। ਸੰਭਾਲ ਦਾ ਮਤਲਬ ਇਹ ਸਾਨੂੰ ਸਮੇਂ ਦੇ ਨਾਲ ਨਾਲ ਚੱਲਣਾ ਪਵੇਗਾ। ਹਾਂਜੀ, ਇਸ ਦੀ ਵਿਸ਼ੇਸ਼ ਟਿੱਪਣੀ ਵਿੱਚ ਸਾਰੀ ਕਵਿਤਾ ਦਾ ਸਾਰ ਆ ਜਾਂਦਾ ਵੀ ਇਸ ਵਿੱਚ ਕਵੀ ਆਪਾਂ ਨੂੰ ਕੀ ਕਹਿਣਾ ਚਾਹੁੰਦਾ। ਭਾਈ ਵੀਰ ਸਿੰਘ ਜੀ ਨੇ ਸਮਾਂ ਕਵਿਤਾ ਵਿੱਚ ਮਨੁੱਖ ਨੂੰ ਸਮੇਂ ਦਾ ਸਦ ਉਪਯੋਗ ਕਰਨ ਦਾ ਸੁਨੇਹਾ ਦਿੱਤਾ ਹੈ।
ਕਵੀ ਅਨੁਸਾਰ ਜਿਹੜਾ ਸਮਾਂ ਇੱਕ ਵਾਰੀ ਲੰਘ ਜਾਂਦਾ ਹੈ ਉਹ ਕਦੇ ਵੀ ਵਾਪਸ ਨਹੀਂ ਆਉਂਦਾ। ਕਿਸੇ ਕਿਸਮ ਦੀ ਰੁਕਾਵਟ ਵੀ ਸਮੇਂ ਦੀ ਨਿਰੰਤਰ ਚਾਲ ਵਿੱਚ ਵਿਘਨ ਨਹੀਂ ਪਾ ਸਕਦੀ। ਇਸ ਲਈ ਸਮੇਂ ਦੇ ਮਹੱਤਵ ਨੂੰ ਪਛਾਣਨ ਦੀ ਲੋੜ ਹੈ ਅਤੇ ਸਮੇਂ ਦੀ ਕਦਰ ਕਰਨਾ ਹੀ ਕਵੀ ਦਾ ਮਤ ਹੈ। ਮਤ ਮਤਲਬ ਕਵੀ ਦਾ ਵਿਚਾਰ ਕੀ ਹੈ ਵੀ ਸਾਨੂੰ ਸਮੇਂ ਦੀ ਸੰਭਾਲ ਅਤੇ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਇਹ ਬੱਚਿਓ ਭਾਈ ਵੀਰ ਸਿੰਘ ਦੀ ਜਿਹੜੀ ਕਵਿਤਾ ਹੈ ਤੀਸਰੀ ਕਵਿਤਾ, ਇਹ ਸਮਾਂ ਕਵਿਤਾ ਨੂੰ ਕਾਫੀ ਮੈਂ ਤੁਹਾਨੂੰ ਸਮਝਾ ਚੁੱਕੀ ਹਾਂ। ਇਸ ਤੋਂ ਬਾਅਦ ਜਦੋਂ ਤੁਸੀਂ ਇਹਨੂੰ ਆਪਣੇ ਆਪ ਕਰੋਗੇ, ਇੱਕ ਇੱਕ ਲਾਈਨ ਦਾ ਇੱਕ ਇੱਕ ਅੱਖਰ ਦਾ ਮਤਲਬ ਸਮਝੋਗੇ ਤਾਂ ਤੁਹਾਡੇ ਕਵਿਤਾ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਹੀ ਯਾਦ ਹੋ ਜਾਊਗੀ। ਜਦੋਂ ਕਵਿਤਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਜਾਊਗਾ ਵੀ ਇਸ ਵਿੱਚ ਕਵੀ ਆਪਾਂ ਨੂੰ ਕੀ ਕਹਿਣਾ ਚਾਹੁੰਦਾ ਸੀ, ਤਾਂ ਤੁਸੀਂ ਇਸ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਕੋਈ ਵੀ ਤੁਸੀਂ ਲਿਖ ਸਕਦੇ ਹੋ, ਤੁਸੀਂ ਉਸ ਦੇ ਆਨਸਰ ਦੇ ਸਕਦੇ ਹੋ। ਹੁਣ ਇਸ ਕਵਿਤਾ ਦੇ ਵਿੱਚੋਂ ਭਾਈ ਵੀਰ ਸਿੰਘ ਜੀ ਦੀ ਕਵਿਤਾ ਤੋਂ ਪਹਿਲਾਂ ਆਪਾਂ ਜਿਹੜੀਆਂ ਦੋ ਕਵਿਤਾਵਾਂ ਕੀਤੀਆਂ ਸੀ, ਬਾਬਾ ਫਰੀਦ ਜੀ ਦੇ ਸ਼ਲੋਕ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਿਮਲ ਰੁਖ ਸਰੈਰਾ, ਉਹਨਾਂ ਦੋਨਾਂ ਦੇ ਵੀ ਤੁਸੀਂ ਕਵਿਤਾਵਾਂ ਦੇ ਭਾਵ ਅਰਥ ਅਤੇ ਪ੍ਰਸ਼ਨ ਉੱਤਰ ਨੂੰ ਚੰਗੀ ਤਰ੍ਹਾਂ ਯਾਦ ਕਰਨਾ ਹੈ। ਇਸ ਤੋਂ ਬਾਅਦ ਆਪਾਂ ਅਗਲੀ ਕਲਾਸ ਦੇ ਵਿੱਚ ਭਾਈ ਵੀਰ ਸਿੰਘ ਜੀ ਦੀ ਸਮਾਂ ਕਵਿਤਾ ਦੇ ਪ੍ਰਸ਼ਨ ਉੱਤਰ ਕਰਾਂਗੇ। ਨਹੀਂ ਤਾਂ ਪ੍ਰਸ਼ਨ ਉੱਤਰ ਇਸ ਤੋਂ ਬਾਅਦ ਆਪਾਂ ਕਰ ਹੀ ਲੈਂਦੇ ਹਾਂ। ਭਾਈ ਵੀਰ ਸਿੰਘ ਜੀ ਨੇ ਸਮੇਂ ਬਾਰੇ ਕੀ ਕਿਹਾ ਹੈ? ਭਾਈ ਵੀਰ ਸਿੰਘ ਜੀ ਨੇ ਸਮੇਂ ਦੀ ਨਿਰੰਤਰ ਚੱਲਦੇ ਰਹਿਣ ਬਾਰੇ ਕਿਹਾ ਹੈ। ਭਾਈ ਵੀਰ ਸਿੰਘ ਨੇ ਸਮੇਂ ਬਾਰੇ ਕੀ ਕਿਹਾ? ਕਿ ਜਿਹੜਾ ਸਮਾਂ ਹੈ ਉਹ ਆਪਣੀ ਚਾਲ ਨਿਰੰਤਰ ਲਗਾਤਾਰ ਚੱਲ ਰਿਹਾ ਹੈ, ਕਿ ਸਮਾਂ ਨਿਰੰਤਰ ਗਤੀਸ਼ੀਲ ਹੈ। ਨਿਰੰਤਰ ਦਾ ਮਤਲਬ ਲਗਾਤਾਰ, ਗਤੀਸ਼ੀਲ ਦਾ ਮਤਲਬ ਕੰਮ ਕਰ ਰਿਹਾ, ਰੁਕਣ ਵਾਲਾ ਨਹੀਂ, ਲਗਾਤਾਰ ਚੱਲ ਰਿਹਾ ਹੈ। ਇਹ ਨਾ ਹੀ ਰੁਕਦਾ ਹੈ ਅਤੇ ਨਾ ਹੀ ਕਦੇ ਵਾਪਸ ਆਉਂਦਾ। ਇੱਕ ਵਾਰੀ ਵਰਤਮਾਨ ਸਮੇਂ ਦੀ ਸੰਭਾਲ ਕਰਨੀ ਚਾਹੀਦੀ ਹੈ। ਇਸ ਲਈ ਜਿਹੜਾ ਸਮਾਂ ਇੱਕ ਵਾਰੀ ਆਪਣੇ ਹੱਥੋਂ ਨਿਕਲ ਗਿਆ, ਉਹ ਸਮਾਂ ਆਪਣੇ ਹੱਥ 'ਚ ਭਾਵੇਂ ਇੱਕ ਦਿਨ ਇੱਕ ਪਲ ਹੈ, ਉਹ ਸਮਾਂ ਆਪਣੇ ਹੱਥ ਮੁੜ ਕੇ ਨਹੀਂ ਆਉਂਦਾ। ਇਸ ਲਈ ਜੋ ਸਮਾਂ ਸਾਡੇ ਹੱਥ ਵਿੱਚ ਹੈ ਸਾਨੂੰ ਉਸ ਦੀ ਸੰਭਾਲ ਕਰਨੀ ਚਾਹੀਦੀ ਹੈ ਤਾਂ ਕਿ ਸਾਨੂੰ ਬਾਅਦ ਵਿੱਚ ਪਛਤਾਉਣਾ ਨਾ ਪਵੇ। ਕਵੀ ਕਿਸ ਨੂੰ ਵਾਰ-ਵਾਰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ? ਕਵੀ ਸਮੇਂ ਨੂੰ ਵਾਰ-ਵਾਰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਂਜੀ, ਇਸ ਤੋਂ ਬਾਅਦ ਤੀਸਰਾ ਕੁਐਸਚਨ, ਸਾਨੂੰ ਆਪਣੇ ਜੀਵਨ ਵਿੱਚ ਸਫਲ ਹੋਣ ਲਈ ਕੀ ਕਰਨਾ ਚਾਹੀਦਾ ਹੈ? ਸਾਨੂੰ ਆਪਣੇ ਜੀਵਨ ਵਿੱਚ ਸਫਲ ਹੋਣ ਲਈ ਸਮੇਂ ਦਾ ਸਦਉਪਯੋਗ ਕਰਨਾ ਚਾਹੀਦਾ ਹੈ। ਸਮੇਂ ਨੂੰ ਵਿਅਰਥ ਗਵਾਉਣਾ ਨਹੀਂ ਚਾਹੀਦਾ। ਸਮੇਂ ਦੇ ਹਰ ਪਲ ਦੀ ਕਦਰ ਕਰਦਿਆਂ ਹੋਇਆਂ ਇਸ ਵਾਂਗ ਗਤੀਸ਼ੀਲ ਰਹਿਣਾ ਚਾਹੀਦਾ ਹੈ। ਆਪਣੇ ਜੀਵਨ ਵਿੱਚ ਸਫਲ ਹੋਣ ਲਈ ਕੀ ਕਰਨਾ ਚਾਹੀਦਾ ਹੈ? ਆਪਣੇ ਜੀਵਨ ਵਿੱਚ ਸਫਲ ਹੋਣ ਲਈ ਸਾਨੂੰ ਸਮੇਂ ਦਾ ਸਹੀ ਉਪਯੋਗ ਕਰਨਾ ਚਾਹੀਦਾ ਹੈ। ਹਰ ਪਲ ਇਸ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਜਿਸ ਤਰ੍ਹਾਂ ਸਮਾਂ ਨਿਰੰਤਰ ਗਤੀਸ਼ੀਲ ਰਹਿੰਦਾ ਹੈ, ਇਸ ਤਰ੍ਹਾਂ ਸਾਨੂੰ ਵੀ ਹਮੇਸ਼ਾ ਕਿਸੇ ਨਾ ਕਿਸੇ ਕੰਮ ਵਿੱਚ ਲੱਗੇ ਰਹਿਣਾ ਚਾਹੀਦਾ ਹੈ, ਤਾਂ ਹੀ ਅਸੀਂ ਜ਼ਿੰਦਗੀ ਦੇ ਵਿੱਚ ਸਫਲ ਹੋ ਸਕਾਂਗੇ। ਕਵੀ ਸਮੇਂ ਨੂੰ ਰੋਕਣ ਲਈ ਕੀ ਯਤਨ ਕਰਦਾ ਹੈ? ਜਦੋਂ ਸਮੇਂ ਨੂੰ ਰੋਕਣ ਲਈ ਕਵਿਤਾ ਵਿੱਚ ਆਇਆ ਨਾ, ਉਹਨੇ ਬਹੁਤ ਯਤਨ ਕੀਤੇ। ਕਿਵੇਂ ਯਤਨ ਕੀਤੇ? ਕਵੀ ਸਮੇਂ ਨੂੰ ਰੋਕਣ ਲਈ ਉਸ ਦੇ ਰਸਤੇ ਵਿੱਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਪਾਉਂਦਾ ਹੈ। ਉਹ ਸਮੇਂ ਨੂੰ ਰੋਕਣ ਲਈ ਉਸ ਦੇ ਤਰਲੇ ਮਿੰਨਤਾਂ ਪਾਉਂਦਾ ਹੈ ਅਤੇ ਉਸ ਨੂੰ ਫੜ ਕੇ ਆਪਣੇ ਵੱਲ ਖਿੱਚਣ ਦਾ ਯਤਨ ਕਰਦਾ ਹੈ। ਉਸ ਦੀਆਂ ਸਾਰੀਆਂ ਹੀ ਕੋਸ਼ਿਸ਼ਾਂ ਅਸਫਲ ਹੋ ਗਈਆਂ ਅਤੇ ਸਮਾਂ ਆਪਣੀ ਤੇਜ਼ ਚਾਲ ਚਲਦਿਆਂ ਹੋਇਆ ਸਾਰੀਆਂ ਹੱਦਾਂ ਪਾਰ ਕਰਦਾ ਹੋਇਆ ਆਪਣੀ ਮੰਜ਼ਿਲ ਵੱਲ ਵੱਧਦਾ ਗਿਆ। ਉਹਨੇ ਉਸ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ, ਉਸ ਦੇ ਰਸਤੇ ਵਿੱਚ ਰੁਕਾਵਟਾਂ ਪਾਈਆਂ, ਪਰੰਤੂ ਸਮਾਂ ਆਪਣੀ ਸਾਰੀਆਂ ਰੁਕਾਵਟਾਂ ਦੂਰ ਕਰਦਾ ਹੋਇਆ ਅੱਗੇ ਹੀ ਵੱਧਦਾ ਗਿਆ। ਸਮਾਂ ਕਵਿਤਾ ਦਾ ਸੰਖੇਪ ਸਾਰ ਆਪਣੇ ਸ਼ਬਦਾਂ ਵਿੱਚ ਕਿਹਾ। ਸਮਾਂ ਕਵਿਤਾ ਵਿੱਚ ਸਮੇਂ ਦੀ ਨਿਰੰਤਰ ਚਾਲ ਬਾਰੇ ਦੱਸਿਆ ਗਿਆ ਹੈ ਵੀ ਨਿਰੰਤਰ ਚਾਲ ਲਗਾਤਾਰ ਚੱਲ ਰਿਹਾ ਹੈ। ਸਮਾਂ ਆਪਣੀ ਨਿਰੰਤਰ ਚਾਲ ਨਾਲ ਚੱਲਦਾ ਰਹਿੰਦਾ ਹੈ। ਇਸ ਦੇ ਰਸਤੇ ਵਿੱਚ ਚਾਹੇ ਜਿੰਨੀਆਂ ਮਰਜ਼ੀ ਰੁਕਾਵਟਾਂ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਪਰ ਇਹ ਸਭ ਰੁਕਾਵਟਾਂ ਨੂੰ ਚੀਰਦਾ ਹੋਇਆ ਅੱਗੇ ਲੰਘ ਜਾਂਦਾ ਹੈ। ਸਮੇਂ ਦਾ ਹਮੇਸ਼ਾ ਸਦਉਪਯੋਗ ਕਰਨਾ ਚਾਹੀਦਾ ਹੈ ਕਿਉਂਕਿ ਲੰਘਿਆ ਹੋਇਆ ਸਮਾਂ ਕਦੇ ਵੀ ਵਾਪਸ ਨਹੀਂ ਆਉਂਦਾ। ਇਹ ਤਾਂ ਸੀ ਆਪਾਂ ਭਾਈ ਵੀਰ ਸਿੰਘ ਜੀ ਦੀ ਸਮਾਂ ਕਵਿਤਾ ਦੇ ਪ੍ਰਸ਼ਨ ਉੱਤਰ ਵੱਡੇ ਪ੍ਰਸ਼ਨ ਕਰ ਲਏ ਅਤੇ ਇਸ ਦੇ ਕਵਿਤਾ ਦੇ ਭਾਵ ਅਰਥ ਕਰ ਲਏ। ਤੁਸੀਂ ਇਸ ਚੈਪਟਰ ਨੂੰ ਧਿਆਨ ਨਾਲ ਪੜ੍ਹਨਾ ਅਤੇ ਸਮਝਣਾ। ਜੇ ਵੀ ਕੋਈ ਪ੍ਰੋਬਲਮ ਹੋਈ ਉਹ ਆਪਾਂ ਅਗਲੀ ਕਲਾਸ ਦੇ ਵਿੱਚ ਇਸ ਨੂੰ ਸੋਲਵ ਕਰਾਂਗੇ। ਠੀਕ ਹੈ ਬੇਟਾ, ਧੰਨਵਾਦ ਜੀ।